ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਦੇ ਰਿਹਾ ਮੈਂ ਆਪਣੇ ਦਰਸ਼ਕਾਂ ਨੂੰ। ਵੱਡੀ ਖਬਰ ਇਹ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਡੀਜੀਪੀ ਤੋਂ ਇਸ ਪੂਰੀ ਘਟਨਾ ਦੀ ਜਾਣਕਾਰੀ ਲਈ ਹੈ, ਪੂਰੀ ਇਨਫੋਰਮੇਸ਼ਨ ਲਈ ਗਈ ਹੈ। ਬਹੁਤ ਵੱਡੀ ਗੱਲ ਹੈ। ਸੀਐਮ ਨੇ ਜਾਣਕਾਰੀ ਲਈ ਹੈ। ਸਾਡੇ ਕੋਲ ਇਸ ਸਮੇਂ ਜਾਣਕਾਰੀ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਡੀਜੀਪੀ ਪੰਜਾਬ ਵੀਕੇ ਭਾਵਰਾ ਤੋਂ ਇਸ ਪੂਰੇ ਮਾਮਲੇ ਦੇ ਵਿੱਚ ਇਨਫੋਰਮੇਸ਼ਨ ਲਈ ਹੈ ਕਿ ਆਖਿਰ ਕੀ ਅਪਡੇਟ ਹੈ, ਹੋਇਆ ਕੀ ਹੈ। 8 ਵਜੇ ਬਲਾਸਟ ਹੁੰਦਾ ਹੈ, ਕੁਝ ਬੰਬਨੁਮਾ ਚੀਜ਼ ਅੰਦਰ ਸੁੱਟੀ ਜਾਂਦੀ ਹੈ ਔਰ ਆਫਿਸ ਦੇ ਟੇਬਲ ਦੇ ਕੋਲ ਜਾ ਕੇ ਡਿੱਗਦੀ ਹੈ, ਜਿਸ ਦੇ ਵਿੱਚ ਡੈਮੇਜ ਹੋਇਆ ਹੈ, ਜ਼ਿਆਦਾ ਨਹੀਂ ਹੋਇਆ। ਹਾਲਾਂਕਿ ब्रेक हुए, शीशे ब्रेक हुए हैं, शीशे ब्रेक हुए हैं, जानी नुकसान तो बचा रही है, जो हुण तक दी जानकारी पुलिस दे रही है या डीजीपी पंजाब दे रही है। बाद ये सारा एरिया जिहड़ा हैगा पूरा बिल्डिंग जिहड़ी वो खाली करा दी। हाँ बिल्कुल, बिल्डिंग खाली करा दी गई है। उस तो बाद जो आपां पहलां जिक्र कर रहे सी, क्योंकि जेकर हुण तक को काबू नहीं किया गया, जिस बंदे दे वल्लों इस पूरी घटना नूं अंजाम दिता गया, जिहड़ा दहशतगर्द या जो भी अंसर जेकर वो काबू नहीं किया गया, तो ये तो चिंता वाली गल है कि वो आखिर गया किथे, कि ਉਹਦੇ ਕੋਲ ਇੱਕੋ ਹਥਿਆਰ ਸੀ, ਇੱਕੋ ਗ੍ਰੇਨੇਡ ਸੀ और आए किते ते सीगे, कितने लोग सीगे, बिल्कुल स्टेट गौरव ये भी समझण दी गल है, ये भी समझाने की कोशिश करते हैं कि बिल्कुल बिल्डिंग के सामने खड़ के उस बंदे ने बिल्कुल टारगेट किया है। ये भी जे अगर ये रॉकेट लॉन्चर की असीं गल कर रहे हैं, बिल्कुल सामने खड़ के जिहड़ा हैगा वो टारगेट किया है। हाँ बिल्कुल, मैं वही कह रहा कि देखो उत्थे तक पहुंचना भी आसान नहीं है कि जिस सड़क तो तुसीं अंदर जाने हो, उस सड़क के उत्ते पूरा ये वीआईपी इलाका है और अंदर जाके पुलिस के वड्डे अधिकारी उत्थे बैठते हैं, तो उत्थे तक कोई शख्स पहुंचे है। हुण कोई बाइक दे एक सवाल इहदे विच है कि किते ना किते हुण तां पुलिस की बहुत बड़ी लापरवाही है कि एक बंदा उत्थे पहुंच के टारगेट करता है बिल्डिंग नूं, उत्थे करके उस तो फिर फरार हो जाता है। बहुत बड़ी गल है, फेलियर है, ये फेलियर है कि जेकर कोई इंटैलीजेंस के ऑफिस के बाहर पहुंच गया। चंडीगढ़ मोहाली दे विच पंजाब के सब तो हाई प्रोफाइल शहरों के विचों एक है मोहाली, और मोहाली का यह वो इलाका है जिथे ਵੱਡੀ ਗਿਣਤੀ ਦੇ ਵਿੱਚ ਲੋਕ ਰਹਿੰਦੇ ਨੇ, ਆਬਾਦੀ ਰਹਿੰਦੀ ਹੈ, ਇੱਥੇ ਆਫੀਸਰ ਰਹਿੰਦੇ ਨੇ। ਮੈਂ ਹੋਰ ਦੱਸਦਾ ਜਿਹੜੇ ਮੋਹਾਲੀ ਆਂਦੇ ਰਹਿੰਦੇ ਨੇ ਲੋਕ, ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਲੋਕ ਮੋਹਾਲੀ ਆਂਦੇ ਰਹਿੰਦੇ ਨੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਆਖਿਰ ਇਹ ਕਿਹੜਾ ਇਲਾਕਾ ਹੈ। ਤਾਂ ਜੇਕਰ ਤੁਸੀਂ ਫਤਿਹਗੜ੍ਹ ਸਾਹਿਬ ਵਾਲੇ ਪਾਸੇ ਤੋਂ ਆ ਰਹੇ ਹੋ ਤਾਂ ਤੁਹਾਨੂੰ ਜੁਡੀਸ਼ੀਅਲ ਕੰਪਲੈਕਸ ਨਜ਼ਰ ਆਉਂਦਾ ਹੈ, ਇਹ ਉਸ ਦੇ ਬਿਲਕੁਲ ਬੈਕ ਸਾਈਡ, ਠੀਕ ਹੈ। ਤੇ ਜੇਕਰ ਤੁਸੀਂ ਰੋਪੜ ਵਾਲੇ ਪਾਸੇ ਤੋਂ ਆ ਰਹੇ ਹੋ ਜਾਂ ਕਿਸੇ ਲੁਧਿਆਣੇ ਵਾਲੇ ਪਾਸੇ ਤੋਂ ਆ ਰਹੇ ਹੋ ਤਾਂ ਜਿੱਥੇ ਸਿੰਘ ਸ਼ਹੀਦਾਂ ਗੁਰਦੁਆਰਾ ਹੈ ਸੋਹਣਾ ਸਾਹਿਬ ਦਾ, ਇਹ ਬਿਲਕੁਲ ਮੈਂ ਜਿੱਥੇ ਇਸ ਸਮੇਂ ਆਪਾਂ ਖੜੇ ਆ 500 मीटर, ਹਾਂ 500 ਮੀਟਰ ਇੱਥੋਂ ਬਿਲਕੁਲ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਹੈ ਔਰ ਇੱਥੋਂ ਬਿਲਕੁਲ ਨਾਲ ਸਿੰਘ ਸ਼ਹੀਦਾਂ ਦੂਰੀ ਤੇ ਇਹ ਸਟੇਟ ਇੰਟੈਲੀਜੈਂਸ ਦਾ ਹਾਂ 500-600 ਮੀਟਰ ਦੀ ਦੂਰੀ ਦੇ ਉੱਤੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਹੈ। ਤੇ ਜਿਹੜੇ ਲੋਕ ਗੁਰਦੁਆਰਾ ਸਾਹਿਬ ਆਏ ਨੇ ਜਾਂ ਉਸ ਪੂਰੇ ਇਲਾਕੇ ਦੇ ਵਿੱਚ ਆਏ ਨੇ, ਬੜੀਆਂ ਹਾਈ ਪ੍ਰੋਫਾਈਲ ਸੁਸਾਇਟੀਆਂ ਇੱਥੇ ਬਿਲਕੁਲ ਨੇੜੇ, ਜੇ ਆਪਾਂ ਗੱਲ ਕਰੀਏ ਰੈਜ਼ੀਡੈਂਸ ਏਰੀਆ ਬਿਲਕੁਲ ਪਿੱਛੇ, ਬਿਲਕੁਲ ਇਹ ਬਿਲਕੁਲ ਜਿਹੜਾ ਨਾਲ ਲੱਗਦੀਆਂ ਕੋਠੀਆਂ ਤੁਸੀਂ ਲੋਕਾਂ ਦੀਆਂ ਕਹੋ। ਤੇ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਸਿੰਘ ਸ਼ਹੀਦਾਂ ਗੁਰਦੁਆਰਾ, ਇੱਥੇ ਬੜੀਆਂ ਹਾਈ ਰਾਈਜ਼ ਹਾਈ ਪ੍ਰੋਫਾਈਲ ਹਾਈਲੈਂਡ ਸੁਸਾਇਟੀ ਵੀ ਜਿਹੜਾ ਹੋਮਲੈਂਡ ਜਿਹੜੀ ਸੁਸਾਇਟੀ ਹੈ, ਹੋਮਲੈਂਡ ਸੁਸਾਇਟੀ ਹੈਗੀ ਪੰਜਾਬ ਦੇ, ਕਈ ਕਹਿੰਦੇ ਇੱਥੇ ਸਿੰਗਰ ਇੱਥੇ ਰਹਿੰਦੇ ਨੇ। ਤਾਂ ਇਸ ਤਰੀਕੇ ਦੀ ਸਿਚੁਏਸ਼ਨ ਤਾਂ ਹੈ। ਤਾਂ ਹੁਣ ਸਵਾਲ ਇਹ ਹੈ ਕਿ ਸ਼ਖਸ ਪਹੁੰਚਿਆ ਕਿਵੇਂ, ਕਿੰਨੇ ਲੋਕ ਸੀ, ਕਿ ਬਾਈਕ ਤੇ ਸੀ, ਕਾਰ ਤੇ ਸੀ, ਕਿਵੇਂ ਇੱਥੇ ਪਹੁੰਚੇ, ਬਾਈ ਬੱਸ ਪਹੁੰਚੇ। ਸਾਰੀ ਸੀਸੀਟੀਵੀ ਵੀ ਹੁਣ ਚੈੱਕ ਕਰ ਰਹੇ ਨੇ। ਬਿਲਕੁਲ ਇਨਫੈਕਟ ਤੁਹਾਡੇ ਕੋਲ ਜਿਹੜੀ ਖਬਰ ਹੈ ਕਿ ਸੀਸੀਟੀਵੀ ਚੈੱਕ ਕਰ ਰਹੇ ਆ, ਤਾਂ ਮਨੋਜ ਲਾਜ਼ਮੀ ਤੌਰ ਤੇ ਇੱਕ ਵੱਡਾ ਐਲੀਮੈਂਟ ਹੋਏਗਾ ਕਿ ਕਿਸ ਤਰੀਕੇ ਨਾਲ ਸੀਸੀਟੀਵੀ ਲੈਂਦੇ ਨੇ। ਤਾਂ ਆਪਾਂ ਇੱਕ ਵਾਰੀ ਨਜ਼ਰ ਮਾਰੀਏ ਇੱਥੇ, ਤਾਂ ਆਪਾਂ ਨੂੰ ਸੀਸੀਟੀਵੀ ਇਸ ਰੋਡ ਦੇ ਉੱਪਰ ਨਜ਼ਰ ਨਹੀਂ ਆਉਂਦੇ, ਕਿਉਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੇ ਆਈਜੀ ਔਰ ਐਸਐਸਪੀ ਲੈਵਲ ਦੇ ਪਰਸਨ ਨੇ, ਉਹਦੇ ਬਿਲਕੁਲ ਸਾਹਮਣੇ ਗੁਰਦੁਆਰਾ ਹੈ। ਗੌਰਵ ਇਹ ਗੁਰਦੁਆਰਾ ਹੈਗਾ, ਇੱਥੇ ਬਿਲਕੁਲ ਨੇੜੇ ਸਾਹਮਣੇ ਗੁਰਦੁਆਰਾ ਹੈ। ਕਿਉਂਕਿ ਜੇ ਇੱਥੋਂ ਇਸ ਸਾਈਡ ਤੋਂ ਆਏ ਆ ਜਿੱਥੇ ਅਸੀਂ ਖੜੇ ਆ, ਕਿਉਂਕਿ ਇਹਦੇ ਰਾਸਤੇ ਵੀ ਜਿਹੜੇ ਹੈ ਉਹ ਦੋ ਰਾਸਤੇ ਨੇ, ਇੱਕ ਤਾਂ ਇਸ ਸਾਈਡ ਜਿੱਥੇ ਆਪਾਂ ਖੜੇ ਆ, ਇੱਕ ਬਿਲਕੁਲ ਇਨ ਫਰੰਟ, ਇੱਕ ਬਿਲਕੁਲ ਇਨ ਫਰੰਟ ਕੋਸ਼ਿਸ਼ ਕਰਦੇ ਤੁਹਾਨੂੰ ਦਿਖਾਉਣ ਦੀ ਕਿ ਇੱਕ ਤਾਂ ਬਿਲਕੁਲ ਸਾਹਮਣੇ ਉੱਥੋਂ ਵੀ ਇਹਦਾ ਜਿਹੜਾ ਰਾਸਤਾ ਹੈ, ਤੇ ਗੌਰਵ ਇਸ ਸਾਈਡ ਤੋਂ ਵੀ ਇਹ ਮੇਨ ਰਾਸਤਾ ਜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਜੁਡੀਸ਼ੀਅਲ ਨੂੰ ਵੀ ਜਾਂਦਾ, ਐਸਐਸਪੀ ਆਫਿਸ ਨੂੰ ਜਾਂਦਾ ਹੈ, ਤੇ ਨਾਲ ਹੀ ਪੂਰਾ ਅਪਾਰਟਮੈਂਟ ਵੀ ਬਿਲਕੁਲ ਸਾਹਮਣੇ ਦਿਖ ਰਿਹਾ ਗੌਰਵ, ਪੂਰਾ ਅਪਾਰਟਮੈਂਟ ਵੀ ਬਿਲਕੁਲ ਸਾਹਮਣੇ। ਹੋਮਲੈਂਡ ਦੇ ਅਸੀਂ ਗੱਲ ਕਰ ਲਈਏ 500-600 ਮੀਟਰ ਦੀ ਦੂਰੀ ਤੇ ਹੋਮਲੈਂਡ ਵੀ ਹੈ। ਹਾਲਾਂਕਿ ਇਹ ਜਿਹੜਾ ਰੋਡ ਹੈ ਇਹ ਗੌਰਵ ਚੱਲਦਾ ਰਹਿੰਦਾ ਹੈ, ਕਾਫੀ ਜਿਹੜਾ ਹੈਗਾ ਇੱਥੇ ਆਵਾਜਾਈ ਜਿਹੜੀ ਹੈ ਉਹ ਪੂਰਾ ਹੋਲ ਡੇ ਜਿਹੜੀ ਹੈ ਉਹ ਆਵਾਜਾਈ ਰਹਿੰਦੀ ਹੈ। ਬਿਲਕੁਲ ਇਸ ਸਮੇਂ ਇੱਕ ਹੋਰ ਵੱਡੀ ਖਬਰ ਹੈ, ਮੋਹਾਲੀ ਪੁਲਿਸ ਦੀ ਪਹਿਲੀ ਸਟੇਟਮੈਂਟ ਆ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ। ਮੋਹਾਲੀ ਪੁਲਿਸ ਦੀ ਸਟੇਟਮੈਂਟ ਇਹ ਹੈ ਕਿ 7:45 ਦੇ ਤੇ ਇਹ ਪੂਰਾ ਘਟਨਾਕ੍ਰਮ ਵਾਪਰਿਆ ਔਰ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਟਰ ਦੇ ਵਿੱਚ ਇਹ ਪੂਰਾ ਘਟਨਾਕ੍ਰਮ ਵਾਪਰਿਆ। 77 ਸੈਕਟਰ ਪੈਂਦਾ, 77 ਸੈਕਟਰ ਪੈਂਦਾ ਸੋਹਾਣਾ ਗੁਰਦੁਆਰਾ ਦੇ ਪੈਂਦਾ ਹੈ। ਔਰ ਇਸ ਦੇ ਵਿੱਚ ਜੋ ਜ਼ਿਕਰ ਕੀਤਾ ਗਿਆ ਹੈ, ਹਾਲਾਂਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕੋਈ ਵੀ ਡੈਮੇਜ ਕਲੀਅਰ ਕਰ ਚੁੱਕੇ ਪਹਿਲੇ ਡੈਮੇਜ ਰਿਪੋਰਟ ਨਹੀਂ ਪੁਲਿਸ ਨੇ ਵੀ ਜਾਣਕਾਰੀ ਦਿੱਤੀ। ਔਰ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਜੋ ਇਸ ਸਮੇਂ ਇਨਫੋਰਮੇਸ਼ਨ ਮੋਹਾਲੀ ਪੁਲਿਸ ਨੇ ਆਪਣੀ ਫਰਸਟ ਸਟੇਟਮੈਂਟ ਦੇ ਵਿੱਚ ਕਿਹਾ ਕਿ ਵੱਡੇ ਸੀਨੀਅਰ ਅਧਿਕਾਰੀ ਇੱਥੇ ਸਾਡੇ ਮੌਜੂਦ ਨੇ, ਫੋਰੈਂਸਿਕ ਟੀਮਾਂ ਇੱਥੇ ਬੁਲਾ ਲਈਆਂ ਗਈਆਂ ਨੇ, ਬੰਬ ਸਕੁਐਡ ਇੱਥੇ ਪਹੁੰਚਿਆ ਹੋਇਆ ਹੈ ਔਰ ਇਹ ਪੂਰਾ ਇਨਵੈਸਟੀਗੇਟ ਕਰ ਰਹੇ ਨੇ ਕਿ ਆਖਿਰ ਇਹ ਪੂਰਾ ਘਟਨਾਕ੍ਰਮ ਕੀ ਹੋਇਆ, ਕਿਉਂ ਹੋਇਆ ਔਰ ਇਸ ਦੇ ਪਿੱਛੇ ਹੈ ਕੌਣ। ਤਾਂ ਇਸ ਸਮੇਂ ਡੀਜੀਪੀ ਪੰਜਾਬ ਔਰ ਮੋਹਾਲੀ ਪੁਲਿਸ ਦੀ ਜਿਹੜੀ ਆਪਾਂ ਵੇਟ ਕਰ ਰਹੇ ਸੀ, ਪਰ ਇਸ ਦੇ ਵਿੱਚ ਇੰਪੋਰਟੈਂਟ ਕੀ ਹੈ, ਇੰਪੋਰਟੈਂਟ ਮਨੋਜ ਇਹ ਹੈ ਕਿ ਇਸ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ ਕਿ ਕਿਸੇ ਨੂੰ ਅਰੈਸਟ ਕੀਤਾ ਗਿਆ ਹੋਵੇ, ਯਾਨੀ ਕਿ ਹਜੇ ਤੱਕ ਕੋਈ ਅਰੈਸਟ ਨਹੀਂ ਹੋਇਆ ਕਿਉਂਕਿ ਸੀਸੀਟੀਵੀ ਹਜੇ
ਕੀਤੀ ਜਾ ਰਹੀ ਹੈ, ਸਾਰੀ ਚੈਕਿੰਗ ਕੀਤੀ ਜਾ ਰਹੀ ਹੈ, ਸਰਚ ਕੀਤੀ ਜਾ ਰਹੀ ਇਸ ਦਾ ਮਤਲਬ ਇਹ ਹੈ ਕਿ ਜੋ ਵੀ ਇੱਥੇ ਵਾਰਦਾਤ ਨੂੰ ਅੰਜਾਮ ਦੇਣ ਆਇਆ ਸੀ ਉਹ ਕਾਮਯਾਬ ਹੋਇਆ ਨਹੀਂ ਹੋਇਆ, ਇਹ ਬਾਤ ਦੀ ਗੱਲ ਹੈ, ਪਰ ਉਸਨੇ ਜੋ ਵੀ ਬੰਬਨੁਮਾ ਚੀਜ਼ ਸੀ ਉਹ ਸੁੱਟੀ ਤੇ ਉਸ ਤੋਂ ਬਾਅਦ ਫਰਾਰ ਜ਼ਰੂਰ ਹੋ ਗਿਆ। ਯਾਨੀ ਕਿ ਹੁਣ ਤੱਕ ਅਰੈਸਟ ਨੂੰ ਲੈ ਕੇ ਮੋਹਾਲੀ ਪੁਲਿਸ ਦੇ ਵੱਲੋਂ ਕੋਈ ਵੀ ਸਟੇਟਮੈਂਟ ਜਾਰੀ ਨਹੀਂ ਕੀਤੀ ਗਈ, ਕੋਈ ਅਰੈਸਟ ਨਹੀਂ ਹੋਇਆ। ਇਸ ਦਾ ਬਹੁਤ ਵੱਡੀ ਗੱਲ ਹੈ, ਮੋਹਾਲੀ ਪੁਲਿਸ ਦੀ ਸਟੇਟਮੈਂਟ ਆਈ ਹੈ, ਡੀਜੀਪੀ ਦੀ ਖੁਦ ਸਟੇਟਮੈਂਟ ਆਈ ਹੈ, ਤਾਂ ਕਿਤੇ ਨਾ ਕਿਤੇ ਹੁਣ ਸਵਾਲ ਇਹਦੇ ਵਿੱਚ ਇਹ ਖੜਦੇ ਨੇ ਕਿ ਜਿਹੜੀ ਵੀ ਇਹ ਜਿਹੜੀ ਆਬਜੈਕਸ਼ਨੇਬਲ ਚੀਜ਼ਾਂ ਜਿਹੜੀਆਂ ਇੱਥੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ, ਪਰਸਨ ਜਿਹੜਾ ਹੈ ਉਹ ਆਰਾਮ ਨਾਲ ਆਂਦਾ ਹੈ, ਟਾਰਗੇਟ ਕਰਦਾ ਹੈ, ਉਹਨੂੰ ਟਾਰਗੇਟ ਕਰਨ ਤੋਂ ਬਾਅਦ ਉੱਥੋਂ ਫਰਾਰ ਹੋ ਜਾਂਦਾ ਹੈ, ਲੇਕਿਨ ਪੁਲਿਸ ਕਿੱਥੇ ਹੈ? ਫੇਲੀਅਰ। ਬਿਲਕੁਲ ਫੇਲੀਅਰ ਹੈ। ਮੈਂ ਤਾਂ ਕਹਿ ਰਿਹਾ ਕਿ ਇਹ ਤਾਂ ਸਿੱਧੇ ਤੌਰ ਦੇ ਉੱਤੇ ਨਜ਼ਰ ਆਉਂਦਾ ਹੈ। ਆਪਾਂ ਕੈਮਰੇ ਦੀ ਨਜ਼ਰ ਨਾਲ ਮੈਂ ਦਿਖਾਵਾਂ, ਇਹ ਕਿੰਨੀ ਚੌੜੀ ਰੋਡ ਹੈ, ਯਾਨੀ ਕਿ ਜੇਕਰ ਇੱਥੋਂ ਕੋਈ ਜਾ ਰਿਹਾ ਹੈ ਇਹ ਇਸ ਤਰੀਕੇ ਨਾਲ ਨਹੀਂ ਹੋ ਸਕਦਾ ਕਿ ਮਨੋਜ ਮੈਂ ਕਹਾਂ ਕਿ ਇੱਥੋਂ ਕੋਈ ਜਾਂਦਾ ਹੋਇਆ ਨਹੀਂ ਦਿਖੇਗਾ। ਇੱਥੇ ਜੇ ਪੁਲਿਸ ਦੀ ਪੂਰੀ ਮੁਸਤੈਦੀ ਹੁੰਦੀ ਹੈ ਤਾਂ ਉਹ ਸਾਰੇ ਦੱਸਣ ਦੇ ਲਈ ਕਾਫੀ ਹੈ ਕਿ ਇਸ ਰੋਡ ਤੋਂ ਜੇਕਰ ਕੋਈ ਤੁਰ ਕੇ ਜਾ ਰਿਹਾ ਜਾਂ ਕੋਈ ਚੀਜ਼ ਲੈ ਕੇ ਜਾ ਰਿਹਾ ਤਾਂ ਈਜ਼ਲੀ ਪਤਾ ਲੱਗ ਜਾਏਗਾ। ਔਰ ਉਹ ਕੋਈ ਜ਼ਿਆਦਾ ਇਹ ਨਹੀਂ ਕਹਿ ਸਕਦੇ ਆਪਾਂ ਕਿ ਉਹ ਦਿਖਿਆ ਨਹੀਂ, ਭੀੜ ਬਹੁਤ ਹੁੰਦੀ ਹੈ ਖੁੱਲਾ। ਇਹ ਪੂਰਾ ਜੇ ਆਪਾਂ ਗੱਲ ਕਰੀਏ ਸੁਖਜਿੰਦਰ ਦਿਖਾ ਵੀ ਰਹੇ ਨਾਲ ਦੇ ਨਾਲ, ਇਹ ਪੂਰਾ ਏਰੀਆ ਜਿਹੜਾ ਹੈ ਉਹ ਖੁੱਲਾ ਹੈ, ਪੂਰਾ ਏਰੀਆ ਖੁੱਲਿਆ ਹੋਇਆ ਹੈ। ਵਿੱਚ ਜਿਹੜੀ ਸਟੇਟ ਇੰਟੈਲੀਜੈਂਸ ਦਾ ਦਫ਼ਤਰ ਹੈ ਉਹਦੇ ਬਿਲਕੁਲ ਬੈਕ ਸਾਈਡ ਤੇ ਰੈਜ਼ੀਡੈਂਸ ਏਰੀਆ ਹੈ ਤੇ ਉਹਦੇ ਬਿਲਕੁਲ ਫਰੰਟ ਤੇ ਦੇਖੀਏ ਆਪਾਂ, ਫਰੰਟ ਤੇ ਬਿਲਕੁਲ ਖਾਲੀ ਏਰੀਆ ਜਿੱਥੇ ਦਿਨ 'ਚ ਪਾਰਕਿੰਗ ਜਿਹੜੀ ਗੱਡੀਆਂ ਇਹਨਾਂ ਦੀ ਪਾਰਕਿੰਗ ਲੱਗਦੀ ਹੈ, ਉਹਦੇ ਬਿਲਕੁਲ ਅੱਗੇ ਇੱਕ 골ਡਨ ਬੈਲ ਸਕੂਲ ਵੀ ਹੈਗਾ, 골ਡਨ ਬੈਲ ਸਕੂਲ ਵੀ ਹੈਗਾ ਜਿਹੜਾ ਬੱਚਿਆਂ ਦਾ, ਇੱਥੇ ਬਿਲਕੁਲ ਬੈਕ ਸਾਈਡ ਦੇ ਬਿਲਕੁਲ ਨਾਲ ਹੀ 골ਡਨ ਬੈਲ ਸਕੂਲ ਹੈ, ਉੱਥੋਂ ਵੀ ਰਸਤਾ ਹੈ ਗੌਰਵ, ਇੱਥੇ ਵੀ ਰਾਸਤਾ ਹੈ। ਜੇਕਰ ਕੋਈ ਵੀ ਅਨਨੋਨ ਪਰਸਨ ਜਿਹਨੇ ਵੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਬੜੇ ਆਰਾਮ ਨਾਲ ਇੱਥੇ ਆਇਆ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਹੋ ਗਿਆ। ਬਿਲਕੁਲ ਜਿਹੜੀ ਲਾਈਨ ਜਿਹੜੀ ਹੈ ਲਾਈਟ ਜਿਹੜੀ ਸੜਕ ਹੈ ਉਹ ਰੋਡ ਬਿਲਕੁਲ ਬਾਹਰ ਜਾ ਰਹੀ ਹੈ, ਉਹ ਰੋਡ ਇਸ ਸਾਈਡ ਜਾ ਰਹੀ ਹੈ, ਆਪਾਂ ਬਿਲਕੁਲ ਜਿਹੜਾ ਲਾਂਡਰਾ ਰੋਡ ਹੈ ਉਧਰ ਨੂੰ ਜਾ ਰਹੀ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ। ਜੇ ਆਪਾਂ ਇੱਧਰ ਨੂੰ ਪਾਸੇ ਕਰੀਏ ਤਾਂ ਇੱਥੇ ਜਿਹੜਾ ਚੰਡੀਗੜ੍ਹ ਦਾ ਰੋਡ ਹੈ, ਬਿਲਕੁਲ ਸਿੰਪਲ ਵੇ ਹੈ, ਬਿਲਕੁਲ ਸਿੰਪਲ ਵੇ। ਇਨਫੈਕਟ ਜਦੋਂ ਮੈਂ ਇੱਥੇ ਪਹੁੰਚਣ ਦੀ ਲਈ ਨਿਕਲਿਆ ਸੀ ਤਾਂ ਮੈਂ 3 ਪੁਆਇੰਟ ਤੋਂ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਉੱਥੇ ਸੀਲ ਕੀਤਾ। ਹਾਂ, ਉੱਥੇ ਸੀਲ ਕੀਤਾ ਹੋਇਆ ਹੈ ਪੂਰਾ। ਤੁਸੀਂ ਜਿਹੜਾ ਜੁਡੀਸ਼ੀਅਲ ਕੰਪਲੈਕਸ ਵਾਲੇ ਪਾਸੇ ਤੋਂ ਰਾਜ ਸਵਾਮੀ ਉੱਥੇ ਵੀ ਸੀਲ ਕੀਤਾ ਹੋਇਆ, ਦੂਜੇ ਪਾਸੇ ਤੋਂ ਤੁਸੀਂ ਆਓ ਉੱਥੇ ਵੀ ਸੀਲ ਕੀਤਾ ਹੋਇਆ, ਯਾਨੀ ਕਿ ਪੂਰਾ ਇਲਾਕਾ ਜ਼ਰੂਰ ਸੀਲ ਕੀਤਾ ਹੋਇਆ ਕਿ ਆਖਿਰ ਉੱਥੇ ਸਿਚੁਏਸ਼ਨ ਇਸ ਸਮੇਂ ਜ਼ਰੂਰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਗੌਰਵ ਇੱਕ ਅਪਡੇਟ ਹੋ ਰਿਹਾ ਕਿ ਸਟੇਟ ਇੰਟੈਲੀਜੈਂਸ ਦੇ ਦਫ਼ਤਰ ਦੇ ਬਿਲਕੁਲ ਨਾਲ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਵੀ ਹੈਗੀ, ਉਹਦੇ ਨਾਲ ਹੀ ਬਿਲਕੁਲ ਸਕੂਲ ਵੀ ਹੈਗਾ, ਯਾਨੀ ਕਿ ਮਤਲਬ ਟੋਟਲੀ ਜਿਹਦੇ ਕਹਿ ਸਕਦੇ ਕਿ ਮੈਂ ਵਾਰ-ਵਾਰ ਉਹੀ ਕਹਿ ਰਿਹਾ ਕਿ ਰਾਤ ਨੂੰ ਜੇ 7:45 ਦੇ ਉੱਤੇ ਘਟਨਾਕ੍ਰਮ ਵਾਪਰਿਆ ਹੈ, ਇਹ ਵਾਰਦਾਤ ਇੱਥੇ ਕੀਤੀ ਗਈ ਹੈ, ਤਾਂ ਇਸ ਦੇ ਪਿੱਛੇ ਮਨਸ਼ਾ ਕੀ ਹੈ? ਕਿ ਸਿਰਫ ਦਹਿਸ਼ਤ ਸੀ ਕਿ ਲੋ ਇੰਟੈਂਸਿਟੀ ਦੇ ਕੋਈ ਬਲਾਸਟ ਕੀਤਾ ਗਿਆ ਕਿ ਸਿਰਫ ਦਹਿਸ਼ਤ ਫੈਲਾਉਣੀ ਹੈ, ਜਾਂ ਫਿਰ ਕੋਈ ਹੋਰ ਇਸ ਦੇ ਪਿੱਛੇ ਮਨਸ਼ਾ ਸੀ? ਲੇਕਿਨ ਇੱਕ ਵਾਰ ਹੋਰ ਦਰਸ਼ਕਾਂ ਨੂੰ ਦੱਸ ਦਈਏ ਕਿ ਆਰਪੀਜੀ ਦੀ ਤੁਸੀਂ ਗੱਲ ਕਰ ਰਹੇ ਸੀਗੇ, ਜਿਹੜਾ ਵੀ ਰਾਕਟ ਲਾਂਚਰ ਹੋਇਆ ਉਹਦੇ ਬਾਰੇ ਥੋੜਾ ਜਿਹਾ ਹੋਰ ਜਿਹੜਾ ਹੈਗਾ ਉਹਦੇ ਬਾਰੇ ਥੋੜੀ ਜਿਹੀ ਹੋਰ ਜਾਣਕਾਰੀ ਦਿਓ, ਕਿਉਂਕਿ ਜਿਹੜੀ ਅਸੀਂ ਤਸਵੀਰਾਂ ਦੇਖ ਰਹੇ ਹਾਂ ਗੌਰਵ, ਜਿਹੜੀ ਸਕਰੀਨ ਤੇ ਅਸੀਂ ਤਸਵੀਰਾਂ ਦੇਖ ਰਹੇ ਕਿ ਉਹ ਹਾਫ ਬਲਾਸਟ ਹੋਇਆ, ਫੁੱਲ ਨਹੀਂ ਹੋਇਆ। ਮਕਸਦ ਕੀ ਸੀਗਾ ਆਖਿਰ? ਦਹਿਸ਼ਤ ਜਾਂ ਫਿਰ ਇਹ ਜਿਹੜਾ ਹੈਗਾ ਕਾਮਯਾਬ ਨਹੀਂ ਹੋ ਪਾਇਆ? ਹਾਂ ਬਿਲਕੁਲ, ਤੁਸੀਂ ਦਹਿਸ਼ਤ ਵਾਲੀ ਗੱਲ ਤਾਂ ਕਹਿ ਸਕਦੇ ਹੋ ਕਿ ਦਹਿਸ਼ਤ ਕਿਤੇ ਨਾ ਕਿਤੇ ਜ਼ਰੂਰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਇਹ ਪੂਰਾ ਘਟਨਾਕ੍ਰਮ ਵਾਪਰਿਆ। ਜੋ ਤੁਸੀਂ ਆਰਪੀਜੀ ਦਾ ਜ਼ਿਕਰ ਕਰ ਰਹੇ ਸੀ, ਬੇਸਿਕਲੀ ਆਰਪੀਜੀ, ਜੇ ਮੈਂ ਐਗਜ਼ੈਕਟਲੀ ਤੁਹਾਨੂੰ ਨਾਮ ਲੈ ਕੇ ਦੱਸਾਂ ਕਿ ਆਰਪੀਜੀ ਹੈ ਕਿਆ, ਤਾਂ ਰਾਕਟ ਪ੍ਰੋਪੈਲਡ ਗ੍ਰੇਨੇਡ ਇਸ ਨੂੰ ਕਹਿੰਦੇ ਨੇ ਆਰਪੀਜੀ। ਔਰ ਜੇ ਆਰਪੀਜੀ ਦਾ ਇਸਤੇਮਾਲ ਹੁੰਦਾ ਹੈ तो जो मैं पहला जिक्र किया कि आरपीजी का इस्तेमाल होया सी 2016 ਦੇ ਵਿੱਚ ਪਠਾਨਕੋਟ ਬੇਸ ਦੇ ਉੱਤੇ। ਉਹ ਬਹੁਤ ਵੱਡਾ ਅਟੈਕ ਸੀ, ਉਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਦੋਂ ਉੱਥੇ ਦੇਸ਼ ਦੇ ਜਿਹੜੇ ਰੱਖਿਆ ਮੰਤਰੀ ਉਸ ਸਮੇਂ ਦੇ ਸੀ ਰਾਜਨਾਥ ਸਿੰਘ, ਉਹ ਵੀ ਅਗਲੇ ਦਿਨ ਫਲਾਈਟ ਲੈ ਕੇ ਉੱਥੇ ਪਹੁੰਚ ਗਏ ਸੀ। ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ 2016 ਕਵਰ ਕੀਤਾ ਸੀ, ਸਾਰਾ ਹੋਲ ਕਵਰ ਅਸੀਂ ਕੀਤਾ ਸੀ। ਤਾਂ ਉਹ ਇੰਨਾ ਵੱਡਾ ਅਟੈਕ ਸੀ ਤਾਂ ਕਿ ਉਸ ਤਰੀਕੇ ਦਾ ਕੋਈ ਘਟਨਾਕ੍ਰਮ ਹੈ। ਜੇ ਆਰਪੀਜੀ ਦਾ ਇਸਤੇਮਾਲ ਕੀਤਾ ਗਿਆ ਤਾਂ ਇੱਥੇ ਕਿਵੇਂ ਪਹੁੰਚ ਗਿਆ? ਪਠਾਨਕੋਟ ਤੇ ਮੋਹਾਲੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਪਠਾਨਕੋਟ ਬਿਲਕੁਲ ਬਾਰਡਰ ਏਰੀਆ ਹੈ, ਇੱਕ ਪਾਸੇ ਜੰਮੂ ਕਸ਼ਮੀਰ ਹੈ, ਇੱਕ ਪਾਸੇ ਪਾਕਿਸਤਾਨ ਹੈ। ਤਾਂ ਉੱਥੇ ਉਹ ਚੀਜ਼ਾਂ ਪਹੁੰਚੀਆਂ, ਹਾਲਾਂਕਿ ਉਹ ਵੀ ਕੁਐਸਚਨੇਬਲ ਹੈ ਕਿ ਕਿਵੇਂ ਪਹੁੰਚ ਗਈਆਂ, ਪਰ ਇਹ ਹੈ ਕਿ ਬਿਲਕੁਲ ਬਾਰਡਰ ਏਰੀਆ। ਤਾਂ ਉੱਥੇ ਜੇ ਕੋਈ ਘੁਸਪੈਠ ਹੁੰਦੀ ਹੈ ਤਾਂ ਕੁਝ ਕਿਲੋਮੀਟਰ ਬਾਅਦ ਤੁਹਾਨੂੰ ਜਾ ਕੇ 에ਅਰ ਬੇਸ ਮਿਲਦਾ ਹੈ। ਕੁਐਸਚਨੇਬਲ ਤਾਂ ਇੱਥੇ ਵੀ ਹੈ, ਕੁਐਸਚਨੇਬਲ ਤਾਂ ਇੱਥੇ ਵੀ ਹੈ, ਕਿਉਂਕਿ ਬਹੁਤ ਵੱਡਾ ਆਫਿਸ ਹੈ, ਸੀਨੀਅਰ ਅਫਸਰ ਇੱਥੇ ਬੈਠਦੇ ਨੇ, ਨਾਲ ਹੀ ਚੰਡੀਗੜ੍ਹ ਹੈ, ਹਰਿਆਣਾ ਹਿਮਾਚਲ ਦਾ ਜਿਹੜਾ ਬਾਰਡਰ ਏਰੀਆ ਹੈ ਇੱਥੋਂ ਹੀ ਸ਼ੁਰੂ ਹੁੰਦਾ ਹੈ। ਬਿਲਕੁਲ, ਇੱਥੇ ਤਾਂ ਮੈਂ ਕਹਿੰਦਾ ਉਸ ਪਠਾਨਕੋਟ ਵਾਲੇ ਨਾਲੋਂ ਮੋਹਾਲੀ ਦੇ ਵਿੱਚ ਉਹ ਚੀਜ਼ ਪਹੁੰਚ ਜਾਣੀ ਕਈ ਗੁਣਾ ਜ਼ਿਆਦਾ ਕੁਐਸਚਨੇਬਲ ਹੈ ਕਿ ਤੁਸੀਂ ਕਿੰਨੇ ਡਿਸਟ੍ਰਿਕਟ, ਕਿੰਨੀਆਂ ਨਾਕੇ, ਕਿੰਨੇ ਪੁਲਿਸ, ਕਿੰਨੇ ਟੋਲ ਪਲਾਜ਼ੇ ਸਾਰੇ ਤੁਸੀਂ ਕਵਰ ਕਰਕੇ ਇੱਥੇ ਪਹੁੰਚਣਾ। ਪਹਿਲਾਂ ਵੀ ਜੇ ਆਪਾਂ ਹਫਤੇ ਦੀ ਪਹਿਲਾਂ ਦੀ ਗੱਲ ਕਰੀਏ, ਕਰਨਾਲ ਇਸ਼ੂ ਕਹ ਲਓ, ਤਰਨਤਾਰਨ ਇਸ਼ੂ ਕਹ ਲਓ, ਬੜੈਲ ਜੇਲ੍ਹ ਦਾ ਇਸ਼ੂ ਕਹ ਲਓ, ਕਿਤੇ ਨਾ ਕਿਤੇ ਕਾਫੀ ਚੀਜ਼ਾਂ ਜਿਹੜੀ ਸਾਹਮਣੇ ਆਈ ਹੈ, ਉਸ ਤੋਂ ਬਾਅਦ ਵੀ ਪੁਲਿਸ ਦਾ ਫੇਲੀਅਰ ਬਹੁਤ ਵੱਡਾ ਸਵਾਲ ਹੈ, ਇੰਟੈਲੀਜੈਂਟ ਫੇਲੀਅਰ। ਦੇਖੋ, ਕੁਐਸਚਨ ਮਾਰਕ ਤਾਂ ਹੋਏਗਾ ਹੀ ਹੋਏਗਾ। ਪੁਲਿਸ ਦੇ ਅਧਿਕਾਰੀ ਕੁਝ ਵੀ ਆ ਕੇ ਕਹਿਣ, ਪੁਲਿਸ ਦੇ ਅਧਿਕਾਰੀ ਕਹਿਣ ਕਿ ਡੈਮੇਜ ਨਹੀਂ ਹੋਇਆ, ਪੁਲਿਸ ਦੇ ਅਧਿਕਾਰੀ ਕਹਿਣ ਕਿ ਅਸੀਂ ਬਿਲਕੁਲ ਸਿਚੁਏਸ਼ਨ ਨੂੰ ਕੰਟਰੋਲ ਦੇ ਵਿੱਚ ਕੀਤਾ ਹੋਇਆ, ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਸੀਸੀਟੀਵੀ ਲੱਭ ਰਹੇ ਹਾਂ। ਲੇਕਿਨ ਆਫਟਰ ਦੈਟ ਚੀਜ਼ਾਂ ਹੋਈਆਂ, ਬਿਲਕੁਲ ਹੋਈਆਂ, ਔਰ ਤੁਹਾਨੂੰ ਇਸ ਦਾ ਜਵਾਬ ਦੇਣਾ ਹੀ ਹੋਏਗਾ। ਦੇਖਣਾ ਹੋਏਗਾ ਕਿ ਵੱਡੇ ਅਧਿਕਾਰੀ ਕਿੰਨੇ ਜਲਦੀ ਸਾਹਮਣੇ ਆ ਕੇ ਗੱਲ ਕਰਦੇ ਆ। ਸਭ ਤੋਂ ਵੱਡਾ ਇਸ ਸਮੇਂ ਚਿੰਤਾ ਦਾ ਵਿਸ਼ਾ ਕੀ ਹੈ? ਚਿੰਤਾ ਦਾ ਵਿਸ਼ਾ ਹੈ ਕਿ ਜਿਸ ਸ਼ਖਸ ਨੇ ਇੱਥੇ ਅੰਜਾਮ ਦਿੱਤਾ ਉਹ ਫਰਾਰ ਹੋ ਗਿਆ, ਯਾਨੀ ਅਜੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤਾ। ਹਾਂ, ਗ੍ਰਿਫਤਾਰੀ ਨਹੀਂ ਹੋਈ ਹੈ। ਮੈਨੂੰ ਨਹੀਂ ਪਤਾ ਕਿ ਇੰਨੀ ਭੀੜ ਇੱਥੇ ਇਸ ਸਮੇਂ ਹੈ ਕਿ ਇਹਨਾਂ ਦੇ ਵਿੱਚ ਤਾਂ ਨਹੀਂ ਉਹ
ਹੋ ਸਕਦਾ ਇਹ ਚਿੰਤਾ ਵਾਲੀ ਗੱਲ ਬਿਲਕੁਲ ਹੋ ਸਕਦਾ ਇਹ ਲੋਕਾਂ ਦੇ ਲਈ ਚਿੰਤਾ ਵਾਲੀ ਕੋਈ ਪਹਿਚਾਨ ਹੀ ਨਹੀਂ ਹੋਈ ਕੋਈ ਪਹਿਚਾਨ ਨਹੀਂ ਹੈ ਤੇ ਇਹ ਇੱਕ ਜ਼ਰੂਰ ਚਿੰਤਾ ਵਾਲੀ ਗੱਲ ਹੈ ਖੈਰ ਉਮੀਦ ਕਰਦੇ ਹਾਂ ਕਿਉਂਕਿ ਬੜੇ ਸੀਨੀਅਰ ਔਰ ਬੜੇ ਕਾਬਿਲ ਅਫਸਰ ਹਰ ਚੀਜ਼ ਦੇ ਵਿੱਚ ਲੱਗੇ ਹੁੰਦੇ ਆ ਤਾਂ ਕੁਐਸਚਨ ਜ਼ਰੂਰ ਚੁੱਕੇ ਜਾਂਦੇ ਆ ਪਰ ਜਿਸ ਤਰੀਕੇ ਨਾਲ ਬਰਾਮਦਗੀਆਂ ਪਿਛਲੇ 4-5 ਦਿਨਾਂ ਦੇ ਵਿੱਚ ਹੋਈਆਂ ਨੇ ਉਮੀਦ ਕਰਦੇ ਹਾਂ ਕਿ ਇਹ ਪੂਰੇ ਸਿਚੁਏਸ਼ਨ ਨੂੰ ਵੀ ਸੰਭਾਲਣ ਔਰ ਸੁਲਝਾਉਣ ਦੇ ਵਿੱਚ ਜਲਦੀ ਪੁਲਿਸ ਦੇ ਅਧਿਕਾਰੀ ਕਾਮਯਾਬ ਹੋਣਗੇ ਬਿਲਕੁਲ ਜਿਹੜੇ ਸਾਡੇ ਸਾਥੀ ਜਾਣਕਾਰੀ ਦੇ ਰਹੇ ਸੀ ਤੇ ਹੁਣ ਜਿਹੜੇ ਵੱਡੇ ਅਧਿਕਾਰੀ ਨੇ ਉਹ ਵੀ ਲਗਾਤਾਰ ਜਿਹੜਾ ਹੈਗਾ ਉਹ ਸਰਚ ਦੇ ਅੰਦਰ ਜਿਹੜੀ ਹੈ ਸਰਚ ਕੀਤੀ ਜਾ ਰਹੀ ਹੈ ਜਿਹੜੇ ਵੱਡੇ ਅਧਿਕਾਰੀ ਨੇ ਉਹ ਵੀ ਅੰਦਰ ਬੈਠੇ ਨੇ ਇਹਨਾਂ ਦੀ ਮੀਟਿੰਗ ਜਿਹੜੀ ਹੈ ਹਾਈ ਲੈਵਲ ਦੀ ਜਿਹੜੀ ਅੰਦਰ ਮੀਟਿੰਗ ਹੈ ਆਈਜੀ ਲੈਵਲ ਦੀ ਐਸਐਸਪੀ ਜੇ ਹੋਰ ਵੱਡੇ ਅਧਿਕਾਰੀ ਨੇ ਉਹ ਇੱਥੇ ਬੈਠ ਕੇ ਹੁਣ ਸਾਰੀ ਜਿਹੜੀ ਹੈ ਉਹ ਸਰਚ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਤੋਂ ਅੱਗੇ ਕਿਸੇ ਨੂੰ ਵੀ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਗਈ ਹੈ ਜਿਹੜੇ ਵੀ ਪੁਲਿਸ ਅਫਸਰ ਨੇ ਉਹ ਇੱਥੇ ਆ ਕੇ ਨਾਕਾ ਲਾ ਦਿੱਤਾ ਗਿਆ ਹੈ ਤੇ ਹੋਰ ਕਈ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਲੈ ਕੇ ਹੁਣ ਸਰਚ ਜਿਹੜੀ ਹੈ ਉਹ ਕੀਤੀ ਜਾ ਰਹੀ ਜਿੱਦਾਂ ਮੇਰੇ ਸਾਥੀ ਜਾਣਕਾਰੀ ਦੇ ਰਹੇ ਸੀ ਆਰਪੀਜੀ ਬਾਰੇ ਦੱਸ ਰਹੇ ਸੀ ਤਾਂ ਕਿਤੇ ਨਾ ਕਿਤੇ ਬਹੁਤ ਵੱਡਾ ਸਵਾਲ ਇੱਥੇ ਖੜਦਾ ਹੈ ਕਿ ਆਖਿਰ ਮਨਸ਼ਾ ਕੀ ਸੀ ਜਿਹੜੇ ਵੀ ਜੇ ਆਪਾਂ ਗੱਲ ਲਾਸਟ ਵੀਕ ਦੀ ਅਸੀਂ ਗੱਲ ਕਰ ਲਈਏ ਤਰਨਤਾਰਨ ਦਾ ਇਸ਼ੂ ਚੱਕ ਲਈਏ ਕਰਨਾਲ ਦਾ ਇਸ਼ੂ ਚੱਕ ਲਈਏ ਬੜੈਲ ਜੇਲ੍ਹ ਦੇ ਬਿਲਕੁਲ ਕੰਨ ਦੇ ਨਾਲ ਦਾ ਚੱਕ ਲਈਏ ਜਿਹੜੀ ਵੀ ਚੀਜ਼ਾਂ ਬਰਾਮਦ ਹੋਈ ਉਹਦੇ ਵਿੱਚ ਵੀ ਗੌਰਵ ਇੱਕ ਕੁਐਸਚਨ ਉਹਦੇ ਵਿੱਚ ਹੋਰ ਆਂਦਾ ਹੈ ਕਰਨਾਲ ਦੀ ਆਪਾਂ ਗੱਲ ਕਰੀਏ ਜਿਹੜੇ ਵੀ 4 ਆਤੰਕੀ ਗ੍ਰਿਫਤਾਰ ਹੋਏ ਸੀ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਸੀ ਹਰਵਿੰਦਰ ਸਿੰਘ ਰਿੰਦਾ ਦਾ ਨਾਂ ਸਾਹਮਣੇ ਆਇਆ ਸੀਗਾ ਤੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜਾ ਵੀ ਬੜੈਲ ਜੇਲ੍ਹ 'ਚ ਚੀਜ਼ਾਂ ਹੋਈਆਂ ਜਿਹੜਾ ਡੈਟੋਨੇਟਰ ਮਿਲਿਆ ਕੋਡੈਕ ਦੀ ਜਿਹੜੀ ਵਾਇਰ ਮਿਲੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਰਿੰਦਾ ਦਾ ਜਿਹੜਾ ਹੈਗਾ ਉਹ ਇਹਦੇ ਵਿੱਚ ਇਨਵੋਲਵਮੈਂਟ ਹੈ ਤਾਂ ਅਸੀਂ ਕਹਿ ਸਕਦੇ ਇਸ ਨੂੰ ਵੀ ਦੇਖ ਕੇ ਅਸੀਂ ਜੋੜ ਸਕਦੇ ਹਾਂ ਬਿਲਕੁਲ ਤੁਸੀਂ ਕਨੈਕਟ ਹੋਏਗਾ ਸਾਰਾ ਕੁਝ ਨਾ ਆਪਾਂ ਸ਼ੁਰੂਆਤ ਤੋਂ ਇਹੀ ਜ਼ਿਕਰ ਕਰ ਰਹੇ ਹਾਂ ਕਿ ਜੇ ਪਿਛਲੇ 10 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ 4 ਥਾਵਾਂ ਦੇ ਉੱਤੇ ਕੋਈ ਬਰਾਮਦਗੀ ਹੁੰਦੀ ਹੈ ਘਟਨਾ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਹੁੰਦਾ ਹੈ ਜਿਹੜਾ ਐਕਸਪਲੋਸਿਵ ਉੱਥੇ ਬਰਾਮਦ ਕੀਤਾ ਗਿਆ ਸੀ ਤਾਂ ਲਾਜ਼ਮੀ ਤੌਰ ਤੇ ਇੱਕ ਵੱਡਾ ਸਵਾਲ ਤਾਂ ਜ਼ਰੂਰ ਹੈ ਕਿ ਆਖਿਰ ਫਿਰ ਉਹ ਕੁਐਸਚਨੇਬਲ ਤਾਂ ਹੈਗਾ ਹੀ ਹੈ ਕਿ ਆਪਸ ਦੇ ਵਿੱਚ ਕੜੀਆਂ ਕਿਤੇ ਨਾ ਕਿਤੇ ਜੁੜਦੀਆਂ ਹੋਈਆਂ ਨਜ਼ਰ ਆਣਗੀਆਂ ਇਸ ਵਿਚਾਲੇ ਮੈਂ ਇੱਕ ਹੋਰ ਕਲੀਅਰ ਕਰ ਦਵਾਂ ਮੈਂ ਇੱਕ ਹੋਰ ਪੁਆਇੰਟ ਕਲੀਅਰ ਕਰ ਦਵਾਂ ਕਿਉਂਕਿ ਲਗਾਤਾਰ ਆਪਾਂ ਤਸਵੀਰਾਂ ਜਿਹੜੀ ਦਿਖਾ ਰਹੇ ਸੀ ਕਿ ਜਿਹੜਾ ਰਾਕਟ ਲਾਂਚਰ ਦਾ ਆਪਾਂ ਜ਼ਿਕਰ ਕਰ ਰਹੇ ਸੀ ਤਾਂ ਉਹ ਜਿਹੜਾ ਪਿੱਛੇ ਜਿਵੇਂ ਆਪਣਾ ਖੋਲ ਬਚਦਾ ਨਾ ਕਿ ਕੋਈ ਖੋਲ ਬਚਦਾ ਕਿਸੇ ਚੀਜ਼ ਦਾ ਤੇ ਉਹੀ ਤਸਵੀਰ ਹੈ ਯਾਨੀ ਕਿ ਇਹ ਨਹੀਂ ਹੈ ਹਾਫ ਇਹ ਬਲਾਸਟ ਹੋਇਆ ਨਹੀਂ ਹਾਫ ਬਲਾਸਟ ਨਹੀਂ ਹੋਇਆ ਇਹ ਬਲਾਸਟ ਪੂਰਾ ਹੋਇਆ ਇਹ ਕਿੰਨਾ ਹਾਈ ਇੰਟੈਂਸਿਟੀ ਦਾ ਸੀ ਇਸ ਦੇ ਉੱਪਰ ਕੁਐਸਚਨ ਜ਼ਰੂਰ ਹੋ ਸਕਦਾ ਹੈ ਪਰ ਇਹ ਜਿਹੜੀ ਤਸਵੀਰ ਆਪਾਂ ਲਗਾਤਾਰ ਸਕਰੀਨ ਦੇ ਉੱਤੇ ਵੀ ਦਿਖਾ ਰਹੇ ਹਾਂ ਉਹ ਕਲੀਅਰ ਹੈ ਕਿ ਉਹ ਇੱਕ ਫੁੱਲ ਬਲਾਸਟ ਜ਼ਰੂਰ ਹੋਇਆ ਹੈ ਮੈਨੂੰ ਲੱਗ ਰਿਹਾ ਕਿ ਪੁਲਿਸ ਦੇ ਅਧਿਕਾਰੀ ਉੱਥੇ ਕੋਈ ਬਿਆਨ ਦੇਣ ਦੇ ਲਈ ਆਏ ਅਸੀਂ ਕੋਸ਼ਿਸ਼ ਕਰਾਂਗੇ ਗੌਰਵ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਵੀ ਅਧਿਕਾਰੀ ਜਿਹੜੇ ਇੱਥੇ ਚੰਡੀਗੜ੍ਹ ਪੁਲਿਸ ਦੀ ਵੀ ਇੱਥੇ ਕੁਇਕ ਰਿਐਕਸ਼ਨ ਟੀਮ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਯਾਨੀ ਕਿ ਜਿਹੜੀ ਵੀ ਚੰਡੀਗੜ੍ਹ ਦੀ ਪੁਲਿਸ ਕਿਉਂਕਿ ਥੋੜੀ ਦੇਰ ਪਹਿਲਾਂ ਇੱਥੇ ਚੰਡੀਗੜ੍ਹ ਪੁਲਿਸ ਦੇ ਜਿਹੜੇ ਐਸਐਸਪੀ ਹੈ ਉਹ ਵੀ ਇੱਥੇ ਆਏ ਨੇ ਅੰਦਰ ਪਹੁੰਚੇ ਨੇ ਉਹ ਲੇਕਿਨ ਨਾਲ ਦੇ ਨਾਲ ਕੋਆਰਡੀਨੇਸ਼ਨ ਦੀ ਅਸੀਂ ਗੱਲ ਕਰ ਲਈਏ ਤੇ ਕੋਆਰਡੀਨੇਸ਼ਨ ਦੇ ਨਾਲ ਚੰਡੀਗੜ੍ਹ ਪੁਲਿਸ ਦੀ ਜਿਹੜੀ ਕੁਇਕ ਰਿਐਕਸ਼ਨ ਟੀਮ ਹੈ ਉਹ ਵੀ ਇੱਥੇ ਪਹੁੰਚ ਚੁੱਕੀ ਹੈ ਤੇ ਅਸੀਂ ਕਹਿ ਸਕਦੇ ਹਾਂ ਕਿਉਂਕਿ ਮਾਮਲਾ ਕਾਫੀ ਸੈਂਸਿਟਿਵ ਹੈ ਇਸ ਕਰਕੇ ਜਿਹੜੀ ਨਾਲ ਦੀ ਜਿਹੜੀ ਬਾਰਡਰ ਏਰੀਆ ਦੀ ਜਿਹੜੀ ਚੰਡੀਗੜ੍ਹ ਪੁਲਿਸ ਹੈ ਹੋਰ ਵੀ ਜਿਹੜੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਨੇ ਯਾਨੀ ਕਿ ਕੁਇਕ ਰਿਐਕਸ਼ਨ ਟੀਮ ਇੱਥੇ ਪਹੁੰਚ ਚੁੱਕੀ ਹੈ ਜਿਹੜੇ ਉਹਨਾਂ ਦੇ ਜਿਹੜੇ ਕਮਾਂਡੋਜ਼ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਵੀ ਮੋਰਚਾ ਜਿਹੜਾ ਹੈ ਉਹ ਸਾਂਭ ਲਿਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਬਿਲਕੁਲ ਉਹਦੇ ਸਾਹਮਣੇ ਦੀਆਂ ਤਸਵੀਰਾਂ ਨੇ ਸਟੇਟ ਇੰਟੈਲੀਜੈਂਸ ਦਫ਼ਤਰ ਦੀਆਂ ਤਸਵੀਰਾਂ ਨੇ ਜਿੱਥੇ ਕੁਇਕ ਰਿਐਕਸ਼ਨ ਜਿਹੜੀ ਟੀਮ ਹੈ ਚੰਡੀਗੜ੍ਹ ਤੋਂ ਬੁਲਾਈ ਗਈ ਹੈ ਇੱਥੇ ਜਿਹੜੇ ਕਮਾਂਡੋਜ਼ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਹੁਣ ਮੋਰਚਾ ਜਿਹੜਾ ਹੈ ਉਹਨਾਂ ਨੇ ਵੀ ਸਾਂਭ ਲਿਆ ਕਿਉਂਕਿ ਐਸਐਸਪੀ ਚੰਡੀਗੜ੍ਹ ਥੋੜੀ ਦੇਰ ਪਹਿਲਾਂ ਐਸਐਸਪੀ ਜਿਹੜੇ ਚੰਡੀਗੜ੍ਹ ਹੈ ਉਹ ਇੱਥੇ ਪਹੁੰਚੇ ਸੀ ਤੇ ਹੁਣ ਇਹ ਏਰੀਆ ਜਿਹੜਾ ਹੈ ਉਹ ਸੀਲ ਕਰਨ ਦੀ ਜਿਹੜੀ ਤਿਆਰੀ ਹੈ ਕਿਉਂਕਿ ਅੱਗੇ ਕਿਸੇ ਨੂੰ ਵੀ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਜਾ ਰਹੀ ਹੈ ਤੇ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਗਰਾਊਂਡ ਜ਼ੀਰੋ ਤੇ ਤੁਹਾਨੂੰ ਦੱਸਣ ਦੀ ਕਿ ਆਖਿਰ ਹੋਇਆ ਕੀ ਹੈ ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਡੈਮੇਜ ਨਹੀਂ ਹੈ ਲੇਕਿਨ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਆਖਿਰ ਉਹ ਲੋਕ ਕੌਣ ਸੀਗੇ ਹਜੇ ਤੱਕ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ ਜਿਹੜਾ ਵੀ ਡੀਜੀਪੀ ਦਾ ਜਿਹੜਾ ਬਿਆਨ ਆਇਆ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਜਿਹੜੀ ਚੀਜ਼ ਹੈ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਸਪੈਕਟ ਚੀਜ਼ ਹੈ ਉਹ ਅੰਦਰ ਗਈ ਹੈ ਟੇਬਲ ਤੇ ਗਿਰੀ ਹੈ ਸ਼ੀਸ਼ੇ ਵੀ ਬ੍ਰੇਕ ਹੋਏ ਹੈ ਸਟੇਟ ਇੰਟੈਲੀਜੈਂਸ ਦਫ਼ਤਰ ਦੇ ਅਸੀਂ ਪਹਿਲਾਂ ਹੀ ਜਿਹੜੀ ਜਾਣਕਾਰੀ ਦਿੱਤੀ ਸੀ ਹਾਲਾਂਕਿ ਪੁਲਿਸ ਦੇ ਜਿਹੜੇ ਚੰਡੀਗੜ੍ਹ ਪੁਲਿਸ ਦੇ ਜਿਹੜੀ ਕੁਇਕ ਰਿਐਕਸ਼ਨ ਟੀਮ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਥੋੜੀ ਦੇਰ ਪਹਿਲਾਂ ਇੱਥੇ ਚੰਡੀਗੜ੍ਹ ਦੇ ਐਸਐਸਪੀ ਵੀ ਪਹੁੰਚੇ ਨੇ ਪੰਜਾਬ ਦੇ ਆਈਜੀ ਐਸਐਸਪੀ ਡੀਐਸਪੀ ਹੋਰ ਜਿਹੜੇ ਵੱਡੇ ਅਧਿਕਾਰੀ ਉਹ ਇੱਥੇ ਪਹੁੰਚ ਕੇ ਹੁਣ ਜਿਹੜਾ ਸਰਚ ਕਰ ਰਹੇ ਨੇ ਹਾਲਾਂਕਿ ਇੱਥੇ ਹੁਣ ਬੈਰੀਕੇਡਿੰਗ ਕਰਨ ਦੀ ਵੀ ਤਿਆਰੀ ਜਿਹੜੀ ਉਹ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਪੂਰੇ ਬੈਰੀਕੇਡਿੰਗ ਕਰਨ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਯਾਨੀ ਕਿ ਅੱਗੇ ਇਸ ਤੋਂ ਅੱਗੇ ਹੁਣ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾਏਗਾ ਇਹ ਬੜਾ ਕਲੀਅਰ ਹੈ ਕਿਉਂਕਿ ਹੁਣ ਸਰਚ ਜਿਹੜਾ ਆਪਰੇਸ਼ਨ ਹੈ ਸਟੇਟ ਇੰਟੈਲੀਜੈਂਸ ਦਫ਼ਤਰ ਦੇ ਅੰਦਰ ਜਿਹੜੀ ਸਰਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪੂਰੇ ਇੱਥੇ ਬੈਰੀਕੇਡਿੰਗ ਲਾਉਣ ਦੀ ਤਿਆਰੀ ਜਿਹੜੀ ਹੈ ਉਹ ਬੰਦ ਕਰਕੇ ਪੂਰਾ ਰੋਡ ਜਿਹੜਾ ਹੈ ਉਹ ਬੰਦ ਕੀਤਾ ਜਾਏਗਾ ਯਾਨੀ ਕਿ ਇਸ ਤੋਂ ਅੱਗੇ ਹੁਣ ਕਿਸੇ ਨੂੰ ਵੀ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਜਾਏਗੀ ਆਰਪੀਜੀ ਦੀ ਗੱਲ ਕਰ ਰਹੇ ਸੀਗੇ ਮੇਰੇ ਸਾਥੀ ਕਿਸ ਤਰ੍ਹਾਂ ਉਹ ਰਾਕਟ ਲਾਂਚਰ ਜਿਹੜਾ ਹੈ
ਉਹ ਟਾਰਗੇਟ ਕੀਤਾ ਗਿਆ। ਆਖਿਰ ਉਹ ਜਿਹੜੇ ਦਹਿਸ਼ਤਗਰਦ ਨੇ ਉਹ ਕੌਣ ਨੇ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਜਿਹੜੀ ਉਹ ਕੀਤੀ ਜਾ ਰਹੀ ਹੈ। ਪੂਰਾ ਸਰਚ ਜਿਹੜਾ ਹੈ ਆਪਰੇਸ਼ਨ ਕੀਤਾ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਪੂਰੀ ਬੈਰੀਕੇਡਿੰਗ ਇੱਥੇ ਮੰਗਾ ਲਈ ਗਈ ਹੈ। ਪੂਰੀ ਬੈਰੀਕੇਡਿੰਗ ਜਿਹੜੀ ਹੈ ਉਹ ਕੀਤੀ ਜਾਏਗੀ। ਅੱਜ ਤੋਂ ਅੱਗੇ ਕਿਸੇ ਨੂੰ ਵੀ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਜਾਏਗੀ। ਹੋਰ ਵੀ ਜਿਹੜੇ ਬੈਰੀਕੇਡਸ ਨੇ ਉਹ ਇੱਥੇ ਮੰਗਾ ਲਏ ਗਏ ਨੇ, ਯਾਨੀ ਕਿ ਹਜੇ ਜਿਹੜੀ ਸਰਚ ਜਿਹੜੀ ਰੇਡ ਹੈ ਅੰਦਰ ਉਹ ਕੀਤੀ ਜਾ ਰਹੀ ਹੈ। ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ, ਪੂਰੀ ਜਿਹੜੀ ਪੁਲਿਸ ਫੋਰਸ ਹੈ ਪੰਜਾਬ ਦੇ ਨਾਲ ਚੰਡੀਗੜ੍ਹ ਦੀ ਜਿਹੜੀ ਪੁਲਿਸ ਫੋਰਸ ਹੈ ਉਹ ਇੱਥੇ ਪਹੁੰਚ ਕੇ ਪੂਰਾ ਜਿਹੜਾ ਏਰੀਆ ਹੈ ਉਹ ਸੀਲ ਕਰਨ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਹਾਲਾਂਕਿ ਜਿਹੜੀ ਅਸੀਂ ਜਾਣਕਾਰੀ ਦੇ ਰਹੇ ਸੀ ਕਿ ਡੀਜੀਪੀ ਦਾ ਜਿਹੜਾ ਬਿਆਨ ਆਇਆ, ਮੋਹਾਲੀ ਪੁਲਿਸ ਦਾ ਵੀ ਇਹਦੇ ਵਿੱਚ ਬਿਆਨ ਆਇਆ ਕਿ 7:45 ਤੋਂ 8 ਦੇ ਵਿੱਚ ਜਿਹੜਾ ਵੀ ਇਹ ਇਨਸੀਡੈਂਟ ਹੋਇਆ, ਸਟੇਟ ਇੰਟੈਲੀਜੈਂਸ ਦੇ ਦਫ਼ਤਰ ਅਸੀਂ ਸਭ ਤੋਂ ਪਹਿਲਾਂ ਅਸੀਂ ਜਾਣਕਾਰੀ ਦਿੱਤੀ ਸੀ ਪੁਲਿਸ ਸੋਰਸਿਸ ਦੇ ਅਕੋਰਡਿੰਗ ਕਿ ਇੱਥੇ ਕੋਈ ਬਲਾਸਟ ਹੋਇਆ ਹੈ, ਸ਼ੀਸ਼ੇ ਬ੍ਰੇਕ ਹੋਏ ਹਨ, ਲੇਕਿਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਆਫੀਸਰ ਇੱਥੇ ਪਹੁੰਚ ਰਹੇ ਨੇ, ਜਿਹੜੇ ਵੱਡੇ ਸੀਨੀਅਰ ਆਫੀਸਰਸ ਨੇ ਉਹ ਇੱਥੇ ਪਹੁੰਚ ਰਹੇ। ਸਭ ਤੋਂ ਪਹਿਲਾਂ ਅਸੀਂ ਜਾਣਕਾਰੀ ਦਿੱਤੀ ਸੀ, ਨਿਊਜ਼ 18 ਵੱਲੋਂ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਇੱਥੇ ਬਲਾਸਟ ਦੀ ਖਬਰ ਹੈ, ਸਟੇਟ ਇੰਟੈਲੀਜੈਂਸ ਦਫ਼ਤਰ ਦੇ ਬਾਹਰ ਬਲਾਸਟ ਦੀ ਖਬਰ ਹੈ, ਜਿਹਨੂੰ ਲੈ ਕੇ ਹੁਣ ਇਹ ਖਬਰ ਪੁਖਤਾ ਹੋਈ ਹੈ। ਸਭ ਤੋਂ ਪਹਿਲਾਂ ਨਿਊਜ਼ 18 ਤੇ ਤੁਸੀਂ ਵੇਖ ਰਹੇ ਹੋ ਤੇ ਗਰਾਊਂਡ ਜ਼ੀਰੋ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਇੱਕ ਪਲ ਦੀ ਅਪਡੇਟ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ। ਤੇ ਹੁਣ ਬੈਰੀਕੇਡਿੰਗ ਲਾ ਕੇ ਇੱਥੇ ਪੂਰਾ ਜਿਹੜਾ ਏਰੀਆ ਹੈ ਉਹ ਸੀਲ ਕਰ ਦਿੱਤਾ ਗਿਆ ਹੈ। ਇੱਥੇ ਪੂਰਾ ਜਿਹੜਾ ਏਰੀਆ ਹੈ ਉਹ ਸੀਲ ਕਰ ਦਿੱਤਾ ਗਿਆ ਤੇ ਨਾਲ ਦੇ ਨਾਲ ਤੁਹਾਨੂੰ ਜਾਣਕਾਰੀ ਜਿੱਦਾਂ ਦੇ ਰਹੇ ਸੀ ਕਿ RPG ਜਿਹੜਾ ਰਾਕਟ ਲਾਂਚਰ ਹੈ ਉਹ ਵੀ ਯੂਜ਼ ਜਿਹੜਾ ਹੋਇਆ। ਹਾਲਾਂਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰਮਿੰਦਰ ਕੋਸ਼ਿਸ਼ ਕਰ ਰਹੇ ਗਰਾਊਂਡ ਜ਼ੀਰੋ ਤੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕਿ ਕਿਸ ਤਰ੍ਹਾਂ ਦੀ ਹੁਣ ਸਿਚੁਏਸ਼ਨ ਹੈ, ਕਿਸ ਤਰ੍ਹਾਂ ਦੇ ਹਾਲਾਤ ਸਟੇਟ ਇੰਟੈਲੀਜੈਂਸ ਦਫ਼ਤਰ ਮੋਹਾਲੀ ਵਿਖੇ ਨੇ। ਗੌਰਵ, ਇੱਕ ਸਵਾਲ ਇਹਦੇ ਵਿੱਚ ਹੋਰ ਖੜਦਾ ਹੈ, ਹੁਣ ਸਰਚ ਜਿਹੜਾ ਆਪਰੇਸ਼ਨ ਹੈ ਉਹ ਕੀਤਾ ਜਾ ਰਿਹਾ ਹੈ। ਸਰਚ ਆਪਰੇਸ਼ਨ ਕਰਨ ਤੋਂ ਬਾਅਦ ਖੁਦ ਚੰਡੀਗੜ੍ਹ ਦੇ SSP IG ਹੋਰ ਮੋਹਾਲੀ ਦੇ SSP ਇੱਥੇ ਪਹੁੰਚ ਚੁੱਕੇ ਨੇ। ਹੁਣ ਬੈਰੀਕੇਡਿੰਗ ਕੀਤੀ ਜਾ ਰਹੀ ਹੈ, ਯਾਨੀ ਕਿ ਪੂਰਾ ਏਰੀਆ ਦੁਬਾਰਾ ਤੋਂ ਸੀਲ ਕੀਤਾ ਜਾ ਰਿਹਾ ਹੈ। ਦੁਬਾਰਾ ਤੋਂ ਸੀਲ ਕੀਤਾ ਜਾ ਰਿਹਾ। ਦੇਖੋ, ਇਹ ਤਾਂ ਜਿਹੜੀਆਂ ਇਨੀਸ਼ੀਅਲ ਸਟੇਜ ਪਹਿਲਾਂ ਹੋਣੀਆਂ ਚਾਹੀਦੀਆਂ ਸੀ, ਬਾਅਦ ਦੇ ਵਿੱਚ ਹੋ ਰਹੀਆਂ।